ਮਿੰਟ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਇੱਕ ਸਾਬਕਾ ਜੱਜ ਦੀ। ਇਹ ਸਾਬਕਾ ਜੱਜ ਸਾਬਕਾ ਪੁਲਿਸ ਅਫਸਰ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਗਿਆ ਜੀ। ਫਿਰ ਤੁਸੀਂ ਹਿਸਾਬ ਲਾ ਲਓ ਕਿ ਇੱਥੇ ਆਮ ਬੰਦੇ ਦਾ ਹੂੰ। ਕੀ ਜੀਣਾ ਹੋਏਗਾ ਜਦੋਂ ਉਹ ਇਸ ਤਰ੍ਹਾਂ ਦੇ ਕਿਸੇ ਡਾਢੇ ਬੰਦੇ ਦੇ ਨਾਲ ਵਾਸਤਾ ਹੁੰਦਾ ਹੈ ਜਾਂ ਉਹਦਾ ਕੋਈ ਵਾਹ ਕਸੂਤਾ ਪੈ ਜਾਂਦਾ ਹੈ। ਤਾਂ ਇਹ ਕੰਜ਼ਿਊਮਰ ਕੋਰਟ ਦੇ ਸਾਬਕਾ ਜੱਜ ਸਨ, ਟ੍ਰੇਨ ਦੇ ਅੱਗੇ ਆ ਕੇ ਇਹਨਾਂ ਨੇ ਖੁਦਕੁਸ਼ੀ ਕੀਤੀ ਆ। ਮਾਮਲਾ ਜਿਹੜਾ ਉਹ ਸੰਗਰੂਰ ਜ਼ਿਲ੍ਹੇ ਦਾ ਹੈ, ਜਿਹਦੇ ਵਿੱਚ ਹੁਣ ਇਹਨਾਂ ਨੇ ਸੁਸਾਈਡ ਨੋਟ 'ਚ ਜੋ ਨਾਮ ਲਿਖੇ ਨੇ, ਇੱਕ ਸਾਬਕਾ ਐਸਐਸਪੀ ਗੁਰਕਿਰਪਾਲ ਸਿੰਘ ਤੇ ਦੂਸਰੇ ਦਾ ਨਾਮ ਹੈ ਕੋਈ ਕੋਆਪਰੇਟਿਵ ਸੁਸਾਇਟੀ ਦਾ ਬੈਂਕ ਦਾ ਕਰਮਚਾਰੀ ਆ ਅਮਨ ਸ਼ਰਮਾ, ਇਹਨਾਂ ਦੇ ਨਾਮ ਲਿਖੇ ਗਏ ਨੇ। ਤਾਂ ਔਰ ਜਿਹੜੇ ਦੋਸ਼ੀ ਆ ਉਹਨਾਂ ਦੇ ਨਾਲ ਇਸ ਸਾਬਕਾ ਜੱਜ ਦਾ ਕੋਈ ਪੈਸਿਆਂ ਦਾ ਲੈਣ ਦੇਣ ਸੀਗਾ ਤੇ ਉੱਥੋਂ ਹੀ ਇਹ ਦੁਖੀ ਹੋ ਕੇ ਜਿਹੜਾ ਜੱਜ ਆ ਉਹ ਖੁਦਕੁਸ਼ੀ ਕਰ ਜਾਂਦਾ ਹੈ। ਤਾਂ ਇਹ ਜਿਹੜਾ ਪਛਾਣ ਪੱਤਰ ਹੁੰਦਾ ਹੈ ਜੇਬ ਦੇ ਵਿੱਚ, ਆਪਣੇ ਆਮ ਹੀ ਬੰਦੇ ਦੇ ਕੋਲ ਕੋਈ ਨਾ ਕੋਈ ਪਛਾਣ ਪੱਤਰ ਹੁੰਦਾ, ਫਿਰ ਸੁਸਾਈਡ ਨੋਟ ਜਿਹੜਾ ਉਹ ਦੋਨੇ ਚੀਜ਼ਾਂ ਉਹਦੇ ਜੇਬ ਚੋਂ ਮਿਲੀਆਂ, ਫਿਰ ਪਛਾਣ ਹੋਈ ਆ। ਗੱਲ ਇਹ ਆ ਕਿ ਪੈਸਿਆਂ ਦਾ ਲੈਣ ਦੇਣ, ਇਹ ਤਾਂ ਠੀਕ ਹੈ ਕਿ ਲੈਣ ਦੇਣ ਆਪਣਾ ਸਭਨਾਂ ਦਾ ਚੱਲਦਾ ਹੀ ਆ ਕਿਤੇ ਨਾ ਕਿਤੇ ਜੀ। ਜਿੰਨਾ ਵੱਡਾ ਹੋਈ ਜਾਂਦਾ ਬੰਦਾ ਉਹਨੇ ਉਹਦੇ ਵੱਡੇ ਸਰਕਲ ਹੁੰਦੇ ਆ, ਵੱਡੀਆਂ ਜ਼ਰੂਰਤਾਂ ਹੋ ਜਾਂਦੀਆਂ, ਲੈਣ ਦੇਣ ਸਭ ਦਾ ਚੱਲਦਾ ਹੀ ਆ, ਕਿਸੇ ਦਾ ਥੋੜਾ ਘਾਣਾ ਆ, ਕਿਸੇ ਦਾ ਬਹੁਤ ਜ਼ਿਆਦਾ। ਪਰ ਐਸਾ ਕੀ ਹੋਇਆ ਹੁਣ ਦੇਖੋ, ਤਫਸੀਲ ਤਾਂ ਨਹੀਂ ਹੈਗੀ ਕਿਉਂਕਿ ਸ਼ਾਮ ਵੇਲੇ ਸਿਰਫ ਤੁਹਾਨੂੰ ਨਿਊਜ਼ ਅਲਰਟ ਮਿਲਦੇ ਨੇ, ਛੋਟੀਆਂ ਮੋਟੀਆਂ ਨਿਊਜ਼ ਫਲੈਸ਼ ਮਿਲਦੀਆਂ ਨੇ, ਹੁਣ ਡਿਟੇਲ ਤਾਂ ਨਹੀਂ ਹੈਗੀ, ਪਰ ਮਾਮਲਾ ਤੇ ਦਰਜ ਹੋਏਗਾ ਨਾ। ਤਾਂ ਜਿਹੜਾ ਸਾਬਕਾ ਐਸਐਸਪੀ ਆ, ਕੁਛ ਨਾ ਕੁਛ ਤੇ ਉਹਨੇ ਦਬਾਅ ਪਾਇਆ ਹੋਏਗਾ। ਪੈਸੇ ਲੈਣ ਦੇਣ ਦਾ ਚਾਹੇ ਕੋਈ ਵੀ ਮਸਲਾ ਹੋਵੇ, ਚਲੋ ਜਦੋਂ ਆਏਗਾ ਦੇਖ ਲਵਾਂਗੇ। ਪਰ ਇਹਦੇ 'ਚ ਹੁਣ ਕੀ ਹੈ ਕਿ ਚੰਗੀ ਘੋਖ ਪੜਤਾਲ ਕਰਕੇ ਦੇਖਣਾ ਚਾਹੀਦਾ ਕਿ ਬਈ ਇਹ ਕੀ ਬੰਦੇ ਨੂੰ ਮਜਬੂਰ ਕਰ ਦਿੱਤਾ ਗਿਆ ਮਰਨੇ ਵਾਸਤੇ। ਜੇ ਕੋਈ ਸਾਬਕਾ ਜੱਜ, ਇਹ ਇੱਕ ਬਹੁਤ ਵੱਡੀ ਗੱਲ ਆ। ਖੁਦਕੁਸ਼ੀ ਤੇ ਚਲੋ ਹੋ ਗਈ ਆ, ਉਸ ਬੰਦੇ ਨੇ ਮੁੜਨਾ ਨਹੀਂ ਜਿਸਨੇ ਖੁਦਕੁਸ਼ੀ ਕਰ ਲਈ ਆ, ਪਰ ਇੱਕ ਸਾਬਕਾ ਜੱਜ ਜੇ ਪ੍ਰੈਸ਼ਰਾਈਜ਼ ਹੋ ਕੇ ਜਾਂ ਬਹੁਤ ਜ਼ਿਆਦਾ ਮਾਨਸਿਕ ਤੌਰ ਤੇ ਟੁੱਟ ਕੇ ਪ੍ਰਵੀਨ ਜੀ ਖੁਦਕੁਸ਼ੀ ਕਰਦਾ ਹੈ, ਤੁਸੀਂ ਸੋਚ ਕੇ ਵੇਖੋ ਕਿ ਜਿਹੜੇ ਬੰਦਿਆਂ ਨੇ ਰੋਜ਼ਮर्रा ਦੀ ਕਮਾਈ ਚੋਂ ਕਿਸ਼ਤ ਕੱਢ ਕੇ ਦੇਣੀ ਹੁੰਦੀ ਹੈ ਫਾਈਨੈਂਸਰਾਂ ਨੂੰ, ਜਿਹੜੇ ਫਾਈਨੈਂਸ ਕਰਵਾਉਂਦੇ ਨੇ, ਰੇੜੀ ਕਰਵਾਉਂਦੇ ਨੇ, ਫੜੀ ਕਰਵਾਉਂਦੇ ਨੇ, ਫਿਰ ਉਹਨਾਂ ਦੀ ਕੀ ਦੁਰਦਸ਼ਾ ਹੁੰਦੀ ਹੋਏਗੀ, ਕਦੇ ਸੋਚ ਕੇ ਵੇਖੋ। ਕਿਸੇ ਨੇ 10,000 ਲਿਆ ਹੁੰਦਾ, ਕਿਸੇ ਨੇ 5,000, ਬਦਲੇ ਚ ਕਿਸੇ ਨੇ 15,000 ਮੋੜਨਾ, ਕਿਸੇ ਨੇ 17,000 ਮੋੜਨਾ, ਜ਼ਰੂਰਤ ਦੇ ਹਿਸਾਬ ਨਾਲ। ਤਾਂ ਤੁਸੀਂ ਦੇਖੋ ਕਿ ਉਹਨਾਂ ਨੇ ਜਿਹੜਾ ਉਹ ਕਰਜ਼ਾ ਲਿਆ ਵਾ ਇੱਕ ਨਿੱਜੀ ਫਾਈਨੈਂਸਰ ਤੋਂ, ਉਹਨਾਂ ਦੀ ਹਾਲਤ ਕੀ ਹੁੰਦੀ ਹੋਏਗੀ। ਤਾਂ ਇਹ ਸਾਬਕਾ ਜੱਜ ਨੂੰ ਕਿੰਨਾ ਦਬਾਇਆ ਗਿਆ ਹੋਏਗਾ। ਅਦਰਵਾਈਜ਼ ਕੋਈ ਬੰਦਾ ਮਰਦਾ ਜਿਹੜਾ ਹੈ ਉਹ ਕੋਈ ਖੁਸ਼ੀ ਨਾਲ ਥੋੜੀ ਨਾ ਮਰਦਾ ਹੈ। ਜੀ। ਸਾਬਕਾ ਜੱਜ ਜੇ ਮਰਿਆ ਤਾਂ ਕੋਈ ਨਾ ਕੋਈ ਤਾਂ ਰਿਹਾ ਹੋਏਗਾ ਨਾ, ਤਾਂ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਵੈਸੇ ਇਹੋ ਜਿਹੇ ਮਾਮਲੇ ਤੇ ਤੁਹਾਨੂੰ ਪਤਾ ਹੀ ਹੈ ਸਾਡੇ ਇੱਥੇ ਇਲਜ਼ਾਮ ਲੱਗਦੇ ਰਹਿੰਦੇ ਨੇ ਜੀ, ਬਹੁਤ ਇਲਜ਼ਾਮ ਲੱਗਦੇ ਨੇ। ਕਦੇ ਕਿਸੇ ਇੱਥੇ ਤਾਂ ਰਿਟਾਇਰਡ ਇੱਕ ਡੀਜੀਪੀ ਤੇ ਦੋਸ਼ ਲੱਗਾ ਪਿਆ ਕਿ ਉਹ ਬਹੁਤ ਤੰਗ ਕਰੀ ਜਾਂਦਾ। ਇੱਕ ਬੰਦਾ ਗੁਹਾਰ ਲਾ ਰਿਹਾ ਕਿ ਜ਼ਮੀਨ ਦਾ ਕੋਈ ਰੌਲਾ ਹੈ, ਜ਼ਮੀਨ ਦੇ ਲੈਣ ਦੇਣ ਦਾ। ਤੇ ਬਹੁਤ ਮਤਲਬ ਕਿ 1.5 ਕਰੋੜ ਦਾ ਸੌਦਾ ਵੀ ਹੋਇਆ ਉਹਨਾਂ ਦਾ। ਉਹ ਕਹਿੰਦੇ ਕਿ ਮੈਨੂੰ ਮਤਲਬ ਕਿ ਬਹੁਤ ਜ਼ਿਆਦਾ ਤੰਗ ਕਰਦਾ, ਉਲਟਾ ਕਹਿੰਦਾ ਇਹ ਕਰ ਦੇਂਗਾ, ਉਹ ਕਰ ਦੇਂਗਾ। ਮਤਲਬ ਕਿ ਰਿਟਾਇਰ ਹੋ ਕੇ ਹਟਦੇ ਥੋੜੀ ਹੈ, ਇਹਨਾਂ ਦੇ ਜਿਹੜੇ ਬੈਠੇ ਹੁੰਦੇ ਆ ਨਾਲ ਦੇ, ਉਹਨਾਂ ਤੋਂ ਕੰਮ ਲਈ ਜਾਂਦੇ ਆ। ਸੋ ਇਹ ਵੀ ਵੇਖਣਾ ਚਾਹੀਦਾ। ਸਾਬਕਾ ਐਸਐਸਪੀ ਆ, ਜੇ ਸੁਸਾਈਡ ਦੇ ਵਿੱਚ ਨੋਟ ਆ, ਜਾਂਚ ਪੜਤਾਲ ਤੋਂ ਬਾਅਦ ਇਹ ਪਾਇਆ ਜਾਂਦਾ ਕਿ ਇਹਨਾਂ ਨੇ ਐਸਾ ਵੈਸਾ ਕੰਮ ਕੀਤਾ ਤੇ ਬਹੁਤ ਠੋਕਵੀਂ ਕਾਰਵਾਈ ਹੋਣੀ ਚਾਹੀਦੀ ਹੈ।